ਮੈਂ ਜਦੋਂ ਇਹ ਪੇਪਰ ਲਿਖਣਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਵੀ ਕੁਝ ਚੀਜ਼ਾਂ ਬਾਰੇ ਕਲੈਰਿਟੀ ਨਹੀਂ ਸੀ, ਪਰ ਜਦੋਂ ਮੈਂ ਇਹਦੇ ਬਾਰੇ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਸਾਡੇ 'ਚ ਕੁਝ ਚੀਜ਼ਾਂ ਦੀ ਕਨਫਿਊਜ਼ਨ ਚੱਲਦੀ ਹੈ। ਇਹਦੇ ਲਈ ਜਿਹੜਾ ਮੇਰਾ ਮੇਨ ਸੋਰਸ ਹੈ, ਮੈਂ ਬਹੁਤੀਆਂ ਓਰੀਜਨਲ ਟੈਕਸਟ ਨਹੀਂ ਪੜ੍ਹੀਆਂ। ਸਾਡੇ ਡਿਪਾਰਟਮੈਂਟ ਦੇ ਵਿੱਚ PhD ਹੋਈ ਹੈ ਜਸਪ੍ਰੀਤ ਕੌਰ ਦੀ, ਥਰਡ ਜੈਂਡਰ ਬਾਰੇ ਜਿਹੜੀ ਪੂਰੀ ਥਿਓਰੈਟੀਕਲ ਡਿਸਕੋਰਸ ਹੈ ਮੇਰਾ, ਉਹਦੇ ਤੋਂ ਮੈਂ ਬਣਾਇਆ। ਤਾਂ ਇਹਦੇ 'ਚ ਕੁਝ ਚੀਜ਼ਾਂ ਇਹ ਨੇ ਕਿ ਜਿਵੇਂ ਅਸੀਂ ਥਰਡ ਜੈਂਡਰ ਕਹਿੰਦੇ ਹਾਂ, ਤਾਂ ਥਰਡ ਜੈਂਡਰ ਐਕਚੁਅਲੀ ਤੀਜਾ ਜੈਂਡਰ ਹੈ ਜਿਹੜਾ ਉਹਦੇ ਲਈ ਵਰਤਿਆ ਜਾਂਦਾ, ਜਿਹਨੂੰ ਅਸੀਂ ਕਿੰਨਰ ਕਹਿ ਦਿੰਦੇ ਹਾਂ। ਪਰ ਇਸ ਤੋਂ ਅੱਗੇ ਜਦੋਂ ਕਿਉਂਕਿ ਇਹ ਸਾਰੀ ਥਿਊਰੀ ਕਿੰਨਰਾਂ ਦੀ ਲੜਾਈ ਨਾਲ ਸ਼ੁਰੂ ਹੁੰਦੀ ਹੈ, ਇਸ ਕਰਕੇ ਬਹੁਤਾ ਚਿਰ ਇਹਨੂੰ ਥਰਡ ਜੈਂਡਰ ਹੀ ਕਿਹਾ ਜਾਂਦਾ ਰਿਹਾ। ਪਰ ਇਸ ਤੋਂ ਬਾਅਦ ਦੂਸਰੀਆਂ ਜਿਹੜੀਆਂ ਪਛਾਣਾਂ ਨੇ, ਜਿਵੇਂ ਬਾਇਸੈਕਸ਼ੁਅਲ, ਟਰਾਂਸਜੈਂਡਰ ਜਿਹੜੀਆਂ ਹੈਗੀਆਂ ਨੇ, ਲੈਸਬੀਅਨ, ਗੇ ਨੇ, ਉਹ ਇਹਦੇ ਨਾਲ ਜੁੜਦੇ ਨੇ, ਤਾਂ ਇਹਨੂੰ LGBT ਕਹਿਣਾ ਸ਼ੁਰੂ ਹੋਇਆ। ਪਰ ਜਿਹੜੀ ਲੇਟੈਸਟ ਇਹਦੇ 'ਚ ਜਿੰਨਾ ਕੁ ਮੈਨੂੰ ਔਨਲਾਈਨ ਮੈਂ ਇਹਦੇ 'ਤੇ ਕੰਮ ਕੀਤਾ, ਉਹ ਇਹ ਹੈ ਕਿ ਜਿਹੜਾ ਹੁਣ ਇਹਦੇ 'ਤੇ ਚੱਲ ਰਿਹਾ ਡਿਸਕੋਰਸ ਹੈ, ਉਹਦੇ ਵਿੱਚ ਇਹਨੂੰ ਅੰਬਰੇਲਾ ਆਇਡੈਂਟੀਟੀਜ਼, ਅੰਬਰੇਲਾ ਜੈਂਡਰ ਕਿਹਾ ਜਾਂਦਾ, ਜਾਂ ਇਹਨਾਂ ਨੂੰ ਕੁਈਰ ਪਛਾਣਾ ਕਿਹਾ ਜਾਂਦਾ, ਜਿਹੜਾ ਕਿ LGBTQ ਤੋਂ ਬਣਿਆ। ਤਾਂ ਜਿਹੜਾ ਮੈਂ ਇਸ ਤੋਂ ਅਗਲਾ ਸਵਾਲ ਹੈ ਜਿਹੜਾ ਮੇਰਾ, ਮੈਂ ਪਹਿਲਾਂ ਹੀ ਕਲੀਅਰ ਕਰਦਾ ਕਿ ਜਿਹੜੀ ਕੁਈਰ ਪਛਾਣ ਹੈ, ਮੈਂ ਉਹਦੇ ਲਈ ਪੰਜਾਬੀ 'ਚ ਜਿਹੜਾ ਪੜ੍ਹਿਆ, ਉਹਦੇ ਲਈ ਕਿਹਾ ਜਾਂਦਾ ਕਿ ਹੋਰ ਪਛਾਣਾ, ਬਹੁਰੰਗੀ ਪਛਾਣਾ। ਪਰ ਮੈਨੂੰ ਲੱਗਿਆ ਕਿ ਉਹ ਅਦਰਨੈਸ ਨੂੰ ਜ਼ਿਆਦਾ ਪ੍ਰਮੋਟ ਕਰਦੀਆਂ ਨੇ। ਜਦੋਂ ਅਸੀਂ ਅਦਰ ਦੇ ਕੰਟੈਕਸਟ ਦੇ ਵਿੱਚ ਇਹਨਾਂ ਆਈਡੈਂਟੀਟੀਜ਼ ਨੂੰ ਦੇਖਦੇ ਹਾਂ, ਤਾਂ ਪਹਿਲਾਂ ਹੀ ਇੱਕ ਵਰਗ ਵੰਡ ਹੈ ਜਿਹੜੀ ਉਹ ਬਣ ਜਾਂਦੀ ਹੈ, ਜਿਹਦੇ ਤੋਂ ਮੈਂ ਇਹਨੂੰ ਕੱਢਣ ਦੇ ਲਈ, ਮਤਲਬ ਇਹਦੇ ਲਈ ਸ਼ਬਦ ਵਰਤਿਆ ਵੰਨ ਸੁਵੰਨੀਆਂ ਲੈਂਗਿਕ ਪਛਾਣਾਂ। ਇਸ ਦੇ ਨਾਲ ਹੀ ਇੱਕ ਸਵਾਲ ਮੇਰੇ ਹੋਰ ਧਿਆਨ 'ਚ ਆਇਆ ਜਦੋਂ ਮੈਂ ਕੰਮ ਕੀਤਾ, ਉਹ ਹੈਗਾ ਕਿ ਜਦੋਂ ਅਸੀਂ ਥਰਡ ਜੈਂਡਰ ਕਹਿੰਦੇ ਹਾਂ, ਤਾਂ ਇਹ ਪਹਿਲੇ ਦੋ ਲਿੰਗਾਂ ਵੱਲ ਇਸ਼ਾਰਾ ਕਰਦਾ। ਪਹਿਲੇ ਦੋ ਜੈਂਡਰ ਕਿਹੜੇ ਹੋਣਗੇ? ਲਿੰਗ, ਸੌਰੀ ਮੈਂ ਗਲਤ ਕਹਿ ਰਹੀ ਹਾਂ, ਲਿੰਗ ਨੂੰ ਅਸੀਂ ਸੈਕਸ ਨਾਲ ਜੋੜਦੇ ਹਾਂ ਅੱਗੇ, ਜਿਹੜੀ ਸਾਡੀ ਬਾਇਓਲੋਜੀਕਲ ਪਛਾਣ ਹੈ। ਤਾਂ ਜਦੋਂ ਅਸੀਂ ਥਰਡ ਜੈਂਡਰ ਕਹਿੰਦੇ ਹਾਂ, ਤਾਂ ਉਹ ਪਹਿਲੀਆਂ ਦੋ ਜੈਂਡਰ ਆਇਡੈਂਟੀਟੀਜ਼ ਬਾਰੇ ਗੱਲ ਕਰਦਾ। ਉਹਨੂੰ ਜਦੋਂ ਅਸੀਂ ਤੋੜਦੇ ਹਾਂ, ਤਾਂ ਉਹ ਪਤਾ ਲੱਗਦਾ ਕਿ ਪਹਿਲੀ ਜੈਂਡਰ ਆਇਡੈਂਟੀਟੀ ਮੇਲ, ਦੂਜੀ ਜੈਂਡਰ ਆਇਡੈਂਟੀਟੀ ਫੀਮੇਲ, ਅਤੇ ਤੀਜੀ ਜੈਂਡਰ ਆਇਡੈਂਟੀਟੀ ਕਿੰਨਰ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਕਿ ਇਹ ਮੇਲ ਅਤੇ ਫੀਮੇਲ ਦੋਵੇਂ ਹੀ ਨਹੀਂ ਹੈਗੇ ਬਾਇਓਲੋਜੀਕਲੀ। ਤਾਂ ਇਹਦਾ ਮਤਲਬ ਕਿ ਜਿਹੜੀ ਇਹ ਵਰਗ ਵੰਡ ਹੈ ਪਹਿਲੇ, ਦੂਜੇ, ਤੀਜੇ ਜੈਂਡਰ ਦੀ, ਇਹ ਆਪਣੇ ਆਪ ਦੇ ਵਿੱਚ ਨਾ ਕੇਵਲ ਸਮੱਸਿਆਗ੍ਰਸਤ ਹੈ, ਸਗੋਂ ਖਤਰਨਾਕ ਵੀ ਹੈ, ਕਿਉਂਕਿ ਇਹਦੇ ਨਾਲ ਇੱਕ ਹਾਇਰਾਰਕੀ ਹੈ ਜਿਹੜੀ ਸਮਾਜ ਦੀ, ਉਹ ਭਾਸ਼ਾ ਦੇ ਵਿੱਚ ਉਹ ਸਥਾਪਿਤ ਹੋ ਜਾਂਦੀ ਹੈ। ਮੈਨੂੰ ਲੱਗਦਾ ਕਿ ਇਹਨਾਂ ਸਵਾਲਾਂ ਨੂੰ, ਮੇਰੇ ਕੋਲ ਕੋਈ ਇਹਨਾਂ ਦੇ ਜਵਾਬ ਤਾਂ ਫਿਲਹਾਲ ਨਹੀਂ ਹੈਗੇ, ਕਿ ਸਾਨੂੰ ਇਹ ਸਵਾਲ ਨੂੰ ਜਦੋਂ ਫਰਦਰ ਅਸੀਂ ਕੋਈ ਸੀਰੀਅਸ ਵੱਡੀ PhD ਟਾਈਪ ਸਟੱਡੀ ਕਰਦੇ ਹਾਂ, ਜਾਂ ਜੇ ਮੈਂ ਵੀ ਕੀਤਾ, ਤਾਂ ਸਾਨੂੰ ਇਹਨਾਂ ਸਵਾਲਾਂ ਨੂੰ ਮੁਖਾਤਿਬ ਹੋਣ ਦੀ ਲੋੜ ਹੈ। ਹੁਣ ਮੈਂ ਆਪਣਾ ਪੇਪਰ ਸ਼ੁਰੂ ਕਰਦੀ ਹਾਂ। ਇਹ ਖੋਜ ਪਰਚਾ ਮੁੱਢਲੇ ਰੂਪ ਵਿੱਚ ਪੰਜਾਬ ਦੀ ਲੋਕਧਾਰਾ ਦੇ ਰਾਹੀਂ ਹਾਸ਼ੀਆਗਤ ਲਿੰਗਕ ਪਛਾਣਾਂ ਨਾਲ ਪੰਜਾਬੀ ਸਮਾਜ, ਸੱਭਿਆਚਾਰ ਅਤੇ ਮਨੁੱਖ ਦੇ ਰਿਸ਼ਤੇ ਨੂੰ ਸਮਝਣ ਲਈ ਵਿਉਂਤਿਆ ਗਿਆ ਹੈ। ਇਸ ਖੋਜ ਪਰਚੇ ਵਿੱਚ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਪੰਜਾਬ ਦੀ ਲੋਕਧਾਰਾ ਵਿੱਚ ਥਰਡ ਜੈਂਡਰ ਦੀ ਪੇਸ਼ਕਾਰੀ, ਸਥਿਤੀ ਅਤੇ ਮਿਲਦੇ ਹੁੰਗਾਰੇ ਬਾਰੇ ਅਧਿਐਨ ਹੈ। ਇਸ ਅਧਿਐਨ ਰਾਹੀਂ ਪੰਜਾਬ ਦੀ ਲੋਕਧਾਰਾ ਵਿੱਚ ਥਰਡ ਜੈਂਡਰ ਜਾਂ ਵੰਨ ਸੁਵੰਨੀਆਂ ਲਿੰਗਕ ਪਛਾਣਾਂ ਦੇ ਹਾਸ਼ੀਆਕ੍ਰਿਤ ਹੋ ਜਾਣ ਦੀ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੁਝ ਲੈਂਗਿਕ ਪਛਾਣਾਂ ਵਾਲੇ ਵਿਅਕਤੀ ਸਮਾਜ ਵਿੱਚ ਵਿਚਰਨ ਦੇ ਬਾਵਜੂਦ ਕਿਵੇਂ ਹਾਸ਼ੀਆਕ੍ਰਿਤ ਹੋ ਜਾਂ ਕਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਇਹ ਖੋਜ ਪਰਚਾ ਮੁੱਖ ਰੂਪ ਵਿੱਚ ਪੰਜਾਬ ਦੀ ਲੋਕਧਾਰਾਈ ਸਮੱਗਰੀ ਦੇ ਅਧਿਐਨ ਦੁਆਰਾ ਪੰਜਾਬੀ ਮਨੁੱਖ ਦੇ ਸਮਾਜੀਕਰਨ ਅਤੇ ਸੱਭਿਆਚਾਰੀਕਰਨ ਦੀ ਉਸ ਪ੍ਰਕਿਰਿਆ ਉੱਪਰ ਕੇਂਦਰਿਤ ਹੈ, ਜਿਸ ਦੇ ਤਹਿਤ ਕੋਈ ਵੀ ਸਧਾਰਨ ਜਾਂ ਸੁਭਾਵਿਕ ਕਿਹਾ ਜਾਂਦਾ ਜਾਂ ਮੰਨਿਆ ਜਾਂਦਾ ਵਿਅਕਤੀ ਅਚੇਤਨ ਰੂਪ ਵਿੱਚ ਹੀ ਆਪਣੇ ਤੋਂ ਵੱਖਰੇ ਜਾਂ ਓਪਰੇ ਨੂੰ ਨਫ਼ਰਤ ਦੀ ਹੱਦ ਤੱਕ ਅਸਵੀਕਾਰ ਕਰਨ ਲੱਗ ਪੈਂਦਾ ਹੈ। ਜਦੋਂ ਅਸੀਂ ਜੈਂਡਰ ਅਧਿਐਨ ਦੀ ਗੱਲ ਕਰਦੇ ਹਾਂ, ਤਾਂ ਇਹ ਮੁਕਾਬਲਤਨ ਨਵਾਂ ਖੇਤਰ ਹੈ। ਪਰ ਜੇ ਅਸੀਂ ਦੇਖੀਏ ਕਿ ਜੈਂਡਰ ਪਛਾਣਾਂ ਨੇ ਜਿਹੜੀਆਂ, ਉਹ ਬਹੁਤ ਪੁਰਾਤਨ ਸਮਿਆਂ ਦੇ ਵਿੱਚੋਂ ਮਿਲਦੀਆਂ ਨੇ। ਜਿਹੜੀਆਂ ਪੁਰਾਣੀਆਂ ਸੱਭਿਅਤਾਵਾਂ ਨੇ, ਜਿਵੇਂ ਮਿਸਰ, ਰੋਮਨ, ਯੂਨਾਨ ਅਤੇ ਮੈਸੋਪੋਟਾਮੀਆ, ਇਹਨਾਂ ਦੀਆਂ ਜਿਹੜੀਆਂ ਲੇਟੈਸਟ ਸਟੱਡੀਜ਼ ਆਈਆਂ ਨੇ, ਤਾਂ ਉੱਥੇ ਇਹ ਦੱਸਿਆ ਗਿਆ ਕਿ ਉਹਨਾਂ ਦੇ ਵਿੱਚ ਵੀ ਜਿਹੜੀਆਂ ਮੇਲ ਫੀਮੇਲ ਤੋਂ ਵੱਖਰੀਆਂ ਪਛਾਣਾਂ ਨੇ, ਹੋਰ ਪਛਾਣਾਂ ਨੇ, ਉਹਨਾਂ ਦੇ ਵੇਰਵੇ ਨੇ ਜਿਹੜੇ ਉਹ ਮਿਲਦੇ ਨੇ। ਅਤੇ ਭਾਰਤ ਵਿੱਚ ਤਾਂ ਇਹ ਵੇਰਵੇ ਜਿਹੜੇ ਹੈਗੇ ਨੇ, ਉਹ ਸਾਡੇ ਮਿਥਿਹਾਸਕ ਹਵਾਲਿਆਂ ਵਿੱਚ ਬਹੁਤ ਭਰਪੂਰ ਰੂਪ 'ਚ ਮਿਲਦੇ ਨੇ। ਹਿੰਦੀ ਦਾ ਇੱਕ ਥਿੰਕਰ ਹੈ ਦੇਵਦੱਤ ਪਟਨਾਇਕ, ਉਹਦੀ ਇੱਕ ਬਹੁਤ ਮਸ਼ਹੂਰ ਕਿਤਾਬ ਹੈ ਸ਼ਿਖੰਡੀ। ਉਹਦੇ 'ਚੋਂ ਕਹਿੰਦਾ ਹੈ ਕਿ ਜਿਹੜੀ ਸਾਡੇ ਟਰਡੀਸ਼ਨ ਰਹੀ ਹੈ ਵੱਖਰੀਆਂ ਪਛਾਣਾਂ ਲਈ, ਜਾਂ ਜਿਹੜੀਆਂ ਵੰਨ ਸੁਵੰਨ ਲੈਂਗਿਕ ਪਛਾਣਾਂ ਨੇ, ਉਹਨਾਂ ਪ੍ਰਤੀ ਬਹੁਤ ਸਤਿਕਾਰਤ ਅਤੇ ਸਦਭਾਵੀ ਰਹੀ ਹੈ। ਪਰ ਇਹ ਅੰਗਰੇਜ਼ਾਂ ਦੇ ਆਉਣ ਨਾਲ ਵਾਪਰਿਆ ਕਿ ਅਸੀਂ ਇਹਨਾਂ ਪਛਾਣਾਂ ਨੂੰ
ਤਿਰਸਕਾਰਤ ਕਰਨਾ ਸ਼ੁਰੂ ਕਰ ਦਿੱਤਾ ਜਾਂ ਇਹਨੂੰ ਪਾਪੀ ਜੋਨੀ ਹੈ ਜਿਹੜੀ ਉਹ ਕਹਿਣੀ ਸ਼ੁਰੂ ਕਰ ਦਿੱਤੀ। ਉਹਦੇ ਮੁਤਾਬਕ ਕਿਉਂਕਿ ਈਸਾਈਅਤ ਹੈ ਜਿਹੜੀ ਉਹਦੇ ਵਿੱਚ ਮੇਲ ਅਤੇ ਫੀਮੇਲ ਦਾ ਕੰਸੈਪਟ ਹੈ ਕਿ ਪਰਮਾਤਮਾ ਨੇ ਮੇਲ ਅਤੇ ਫੀਮੇਲ ਨੂੰ ਬਣਾਇਆ, ਹੋਰ ਕਿਸੇ ਆਇਡੈਂਟੀਟੀ ਦਾ ਜ਼ਿਕਰ ਨਹੀਂ ਆਉਂਦਾ। ਇਸ ਕਰਕੇ ਈਸਾਈਅਤ ਕਿਉਂਕਿ ਇਹਨੂੰ ਸਿਨਫੁਲ ਮੰਨਦੀ ਹੈ ਤਾਂ ਅੰਗਰੇਜ਼ਾਂ ਨੇ ਇੱਕ ਪ੍ਰੋਪੇਗੰਡਾ ਖੜਾ ਕੀਤਾ ਜਿਹਦੇ ਤਹਿਤ ਇਹਨਾਂ ਨੂੰ ਸੁਸਾਇਟੀ ਦੇ ਵਿੱਚੋਂ ਬਾਹਰ ਰੱਖੇ ਜਾਣ ਦੀ ਜਾਂ ਇਹਨਾਂ ਦੇ ਪ੍ਰਤੀ ਇੱਕ ਤਿਰਸਕਾਰ ਦੀ ਭਾਵਨਾ ਉਹ ਪੈਦਾ ਹੁੰਦੀ ਹੈ। ਪਰ ਜੇ ਅਸੀਂ ਇਹਨੂੰ ਪਿੱਛੇ ਮੁੜ ਕੇ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਜਦੋਂ ਸ਼ੰਕਰਾਚਾਰੀਆ ਆਉਂਦਾ ਹੈ ਤਾਂ ਸ਼ੰਕਰਾਚਾਰੀਆ ਸਮਾਜ ਦੀਆਂ ਵਰਗ ਵੰਡ ਦੇ ਰਾਹੀਂ, ਧਰਮ ਦੀ ਫਿਲਾਸਫੀ ਦੇ ਰਾਹੀਂ ਜਿਸ ਤਰ੍ਹਾਂ ਸੱਤਾ ਦਾ ਪ੍ਰਵਚਨ ਖੜਾ ਕਰਦਾ ਹੈ ਅਤੇ ਉਸ ਸੱਤਾ ਦੇ ਪ੍ਰਵਚਨ ਵਿੱਚ ਮਰਦ ਦੀ ਜਿਸ ਤਰ੍ਹਾਂ ਦੀ ਇਜਾਰੇਦਾਰੀ ਹੌਲੀ ਹੌਲੀ ਸਥਾਪਿਤ ਹੋਣੀ ਸ਼ੁਰੂ ਹੁੰਦੀ ਹੈ, ਇਹ ਚੀਜ਼ਾਂ ਉੱਥੋਂ ਹੀ ਪਣਪਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਾਲਾਂਕਿ ਇਹਦੀ ਸਿਖਰ ਕਿਹਾ ਜਾ ਸਕਦਾ ਕਿ ਅੰਗਰੇਜ਼ਾਂ ਦੇ ਆਉਣ ਨਾਲ ਇਹਨੂੰ ਇੱਕ ਜਿਹੜਾ ਹੈਗਾ ਉਹ ਮਿਲੀ ਹੋਵੇ, ਵਧਾਵਾ ਵਾਧਾ ਹੋਇਆ ਹੋਵੇ ਇਹਦੇ 'ਚ, ਪਰ ਇਹਦੀਆਂ ਕਨਸੋਆਂ ਸਿਰਫ ਅੰਗਰੇਜ਼ਾਂ ਨਾਲ ਜੋੜ ਦੇਣੀਆਂ ਕਿ ਅੰਗਰੇਜ਼ਾਂ ਦੇ ਹੋਣ ਨਾਲ ਇਹ ਆਇਡੈਂਟੀਟੀਜ਼ ਸੋਸਾਇਟੀ ਤੋਂ ਬਾਹਰ ਹੋ ਗਈਆਂ ਜਾਂ ਮੇਨ ਸਟਰੀਮ ਤੋਂ ਬਾਹਰ ਹੋ ਗਈਆਂ, ਐਵੇਂ ਨਹੀਂ ਹੈਗਾ। ਸਾਡੇ ਆਪਣੀ ਹੀ ਟ੍ਰੈਡੀਸ਼ਨ ਦੇ ਵਿੱਚ ਇਹਨਾਂ ਦੇ ਬਾਹਰ ਕੀਤੇ ਜਾਣ ਦੇ ਵੇਰਵੇ ਮਿਲਦੇ ਨੇ। ਦੇਵਦੱਤ ਪਟਨਾਇਕ ਜਦੋਂ ਹਵਾਲੇ ਦਿੰਦਾ ਤਾਂ ਉਹ ਉਸ ਅਨੁਸਾਰ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਅਤੇ ਮਿੱਥਾਂ ਦੇ ਅਧਿਐਨ ਤੋਂ ਪਤਾ ਲੱਗਦਾ ਕਿ ਇੱਥੇ ਕਦੇ ਵੀ ਜੈਂਡਰ ਦੀ ਭੂਮਿਕਾ ਸਖਤ ਅਤੇ ਠੋਸ ਨਹੀਂ ਸੀ। ਔਰ ਰਾਮਾਇਣ ਅਤੇ ਮਹਾਭਾਰਤ ਵਿੱਚੋਂ ਸ਼ਿਖੰਡੀ ਦੇ ਆਪਣੀ ਪਤਨੀ ਨੂੰ ਸੰਤੁਸ਼ਟ ਕਰਨ ਲਈ ਪੁਰਸ਼ ਬਣਨ, ਅਰਜਨ ਦੇ ਨਰਤਕੀ ਦਾ ਰੂਪ ਧਾਰਨ ਕਰਨ, ਕ੍ਰਿਸ਼ਨ ਦੀ ਔਰਤਾਂ ਵਰਗੀ ਭੇਸ਼-ਭੂਸ਼ਾ ਤੋਂ ਇਲਾਵਾ ਅਰਧਨਾਰੀਸ਼ਵਰ ਆਦਿ ਦੇ ਹਵਾਲੇ ਨਾਲ ਭਾਰਤ ਵਿੱਚ ਲਿੰਗਕ ਬਰਾਬਰੀ ਅਤੇ ਸਦਭਾਵਨਾ ਦੀ ਚਰਚਾ ਕਰਦਾ ਹੈ। ਉਹਦੇ ਲਿੰਗਕ ਬਰਾਬਰੀ ਅਤੇ ਸਦਭਾਵਨਾ ਵਾਲੇ ਵਿਚਾਰਾਂ ਨਾਲ ਸਹਿਮਤ ਹੋਇਆ ਜਾ ਸਕਦਾ ਹੈ, ਲੇਕਿਨ ਭਾਰਤ ਅੰਦਰ ਵੰਨ-ਸੁਵੰਨੀਆਂ ਲਿੰਗਕ ਪਛਾਣਾਂ ਨੇ ਜਿਹੜੀਆਂ ਉਹਨਾਂ ਦੀ ਹੋਂਦ ਦੇ ਜਿਹੜੀ ਚੇਤਨਾ ਹੈ ਸਾਡੀ ਸੁਸਾਇਟੀ ਦੇ ਵਿੱਚ ਕਿ ਐਗਜ਼ਿਸਟ ਕਰਦੀਆਂ ਨੇ, ਉਹਨਾਂ ਦੇ ਹਵਾਲਿਆਂ ਤੋਂ ਜਿਹੜਾ ਮੁਨਕਰ ਨਹੀਂ ਹੋਇਆ ਜਾ ਸਕਦਾ। ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਸੀਂ ਪੰਜਾਬ ਦੀ ਲੋਕਧਾਰਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਜਿਹੜਾ ਕ੍ਰਿਸ਼ਨ ਦਾ ਬਿੰਬ ਹੈ ਉਹ ਬਹੁਤ ਤਰੀਕਿਆਂ ਨਾਲ ਆਉਂਦਾ। ਕ੍ਰਿਸ਼ਨ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਕ੍ਰਿਸ਼ਨ ਨੂੰ ਪੌਰਸ਼ ਕਿਹਾ ਗਿਆ ਕਿ ਕ੍ਰਿਸ਼ਨ ਪੌਰਸ਼ਤਾ ਦੀ, ਪੁਰਸ਼ ਨਹੀਂ ਪੌਰਸ਼ਤਾ ਦੀ ਜਿਹੜੀ ਹੈਗੀ ਆ ਡਿਫਾਈਨਡ ਡੈਫੀਨੇਸ਼ਨ ਹੈ ਕਿ ਮਰਦ ਕ੍ਰਿਸ਼ਨ ਵਰਗਾ ਹੋਵੇ। ਪਰ ਜਦੋਂ ਅਸੀਂ ਉਹਦੇ ਹਵਾਲੇ ਦੇਖਦੇ ਹਾਂ ਤਾਂ ਉਹਦੀਆਂ ਜਿਹੜੀਆਂ ਜੈਸਚਰਸ ਨੇ ਉਹ ਬਹੁਤ ਫੈਮੀਨਾਈਨ ਨੇ। ਈਵਨ ਕਿ ਉਹਦਾ ਨੱਕ ਬਿੰਨਿਆ ਸਾਨੂੰ ਮਿਲਦਾ, ਉਹਦੀ ਜਿਹੜੀ ਵੇਸ਼-ਭੂਸ਼ਾ ਹੈ, ਉਹਦੇ ਗਹਿਣੇ ਨੇ, ਉਹਦਾ ਨਾਚ ਦਾ ਜਿਹੜਾ ਸਿਸਟਮ ਹੈ ਉਹ ਸਾਰਾ ਹੀ ਫੈਮੀਨਾਈਨ ਹੈ। ਇਸ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਲੋਕਧਾਰਾ ਦੇ ਅਧਿਐਨ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਕੁੜੀ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਕਿਸ ਤਰ੍ਹਾਂ ਦਾ ਵਰ ਲੋੜਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਕਨਈਆ ਦਾ ਜਿਹੜਾ ਕਨਈਆ ਵਰਗਾ ਮੈਨੂੰ ਵਰ ਚਾਹੀਦਾ। ਇਹਦਾ ਮਤਲਬ ਪੰਜਾਬ ਦੀ ਲੋਕਧਾਰਾ ਦੇ ਵਿੱਚ ਜਿਹੜੀ ਮਸਕੂਲੈਨਿਟੀ ਕਿ ਮਰਦ ਤੇ ਜਿਹੜਾ ਉਹ ਸਾਰਾ ਚੀਜ਼ ਹੈਗੀ ਆ ਉਹ ਕਿਸੇ ਹੋਰ ਪਾਸਿਓਂ ਚੱਲਦੀ ਆ। ਔਰਤ ਦੇ ਲਈ ਮਰਦ ਹੈ ਜਿਹੜਾ ਉਹ ਮਰਦਾਨਗੀ ਦੇ ਉਹ ਪਿਤਰਾਤਮਕ ਅਰਥਾਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਮਿਲਦਾ। ਪੰਜਾਬ ਦੀ ਔਰਤ ਮੁਕਾਬਲਤਨ ਫੈਮੀਨਾਈਨ ਕਿਸਮ ਦੇ ਮਰਦ ਨੂੰ ਜਿਹੜਾ ਹੈਗਾ ਉਹ ਪੰਜਾਬੀ ਲੋਕਧਾਰਾ ਦੇ ਵਿੱਚ ਐਪਰੀਸ਼ੀਏਟ ਕਰਨ ਦੀਆਂ ਸਾਨੂੰ ਕੁਛ ਕੁ ਘੱਟੋ ਘੱਟ ਇਸ ਤਰ੍ਹਾਂ ਦੀਆਂ ਧੁਨਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ। ਅਜਿਹੇ ਵਿੱਚ ਬਿਨਾਂ ਸ਼ੱਕ ਪੰਜਾਬ ਦੀ ਲੋਕਧਾਰਾ ਵਿੱਚ ਤੀਜੇ ਲਿੰਗ ਜਾਂ ਵੰਨ-ਸੁਵੰਨੀਆਂ ਲੈਂਗਿਕ ਪਛਾਣਾਂ ਸੰਬੰਧੀ ਮਿਲਦੇ ਹਵਾਲਿਆਂ ਦੀ ਤਲਾਸ਼ ਅਤੇ ਉਹਨਾਂ ਦੀ ਪ੍ਰਕਿਰਤੀ ਦਾ ਅਧਿਐਨ ਅਰਥਪੂਰਨ ਹੈ। ਇਸ ਤੋਂ ਜਦੋਂ ਅਸੀਂ ਇਹਨੂੰ ਅੱਗੇ ਜਾ ਕੇ ਮੈਂ ਵਿੱਚੋਂ ਛੱਡਦੀ ਜਾਊਂਗੀ ਕਿ ਜਦੋਂ ਇਹਨੂੰ ਜੋੜਦੇ ਹਾਂ ਤਾਂ ਮੈਂ 2-3 ਪੱਧਰਾਂ 'ਤੇ ਇਸ ਪੇਪਰ ਨੂੰ ਫੈਲਾਇਆ। ਪਹਿਲਾਂ ਤਾਂ ਇਹ ਕਿ ਕੀ ਪੰਜਾਬ ਦੀ ਲੋਕਧਾਰਾ ਦੇ ਵਿੱਚ ਮੇਲ ਅਤੇ ਫੀਮੇਲ ਤੋਂ ਬਿਨਾਂ ਹੋਰ ਜਿਹੜੀਆਂ ਕੁਈਰ ਲਿੰਗਿਕ ਪਛਾਣਾਂ ਅਤੇ ਥਰਡ ਜੈਂਡਰ ਆਇਡੈਂਟੀਟੀਜ਼ ਨੇ ਉਹਨਾਂ ਦੇ ਹਵਾਲੇ ਮਿਲਦੇ ਨੇ। ਪਹਿਲਾ ਪੱਧਰ ਇਹ ਹੈ। ਦੂਸਰਾ ਪੱਧਰ ਇਹ ਹੈ ਕਿ ਜੇ ਮਿਲਦੇ ਨੇ ਤਾਂ ਉਹਨਾਂ ਪ੍ਰਤੀ ਪੰਜਾਬੀ ਬੰਦੇ ਦਾ ਹੁੰਗਾਰਾ ਕੀ ਹੈ, ਵਿਹਾਰ ਕੀ ਆ, ਉਹਦੇ ਵਿਹਾਰ ਦੀਆਂ ਕਿਹੜੀਆਂ ਸਾਨੂੰ ਲੇਅਰਸ ਮਿਲਦੀਆਂ ਨੇ। ਤਾਂ ਅਸੀਂ ਜਦੋਂ ਦੇਖਦੇ ਹਾਂ ਤਾਂ ਹੈਰਾਨ ਕਰਨ ਵਾਲੇ ਜਿਹੜੇ ਤੱਥ ਨੇ ਉਹ ਸਾਹਮਣੇ ਆਉਂਦੇ ਨੇ। ਇਹਦੇ 'ਚ ਪਹਿਲਾ ਤੱਥ ਇਹ ਸਾਹਮਣੇ ਆਉਂਦਾ ਕਿ ਸਾਨੂੰ ਇਹਦੇ ਹਵਾਲੇ ਤਾਂ ਪ੍ਰਾਪਤ ਹੁੰਦੇ ਨੇ, ਲੇਕਿਨ ਇਸ ਸਮੱਗਰੀ ਵਿੱਚ ਕਈ ਪ੍ਰਕਾਰ ਦੀਆਂ ਅੰਤਰ ਵਿਰੋਧਤਾਵਾਂ ਮਿਲਦੀਆਂ ਨੇ। ਇਹਨਾਂ ਅੰਤਰ ਵਿਰੋਧਤਾਵਾਂ ਵਿੱਚ ਸਭ ਤੋਂ ਪਹਿਲੀ ਇਹ ਹੈ ਕਿ ਵੰਨ-ਸੁਵੰਨ ਲਿੰਗਿਕ ਪਛਾਣਾਂ ਵਿੱਚੋਂ ਨਰ ਤੇ ਮਾਦਾ ਤੋਂ ਇਲਾਵਾ ਕੇਵਲ ਕਿੰਨਰਾਂ ਨੂੰ ਮਾਨਤਾ ਅਤੇ ਪਛਾਣ ਹੈ, ਜਿਹੜੀ ਵਿਸ਼ੇਸ਼ ਪਛਾਣ ਹੈ ਉਹ ਮਿਲਦੀ ਹੈ। ਇਹਦਾ ਅਰਥ ਹੈ ਕਿ ਪੰਜਾਬੀ ਲੋਕਧਾਰਾ ਵਿੱਚ ਅਜਿਹੇ ਹਵਾਲੇ ਮਿਲਦੇ ਨੇ ਜਿਨ੍ਹਾਂ 'ਚ ਇੱਕ ਵਿਸ਼ੇਸ਼ ਲਿੰਗਕ ਪਛਾਣ ਮਰਦ ਅਤੇ ਔਰਤ ਤੋਂ ਬਿਨਾਂ ਕਿੰਨਰ, ਖੁਸਰੇ ਜਾਂ ਹਿਜੜੇ ਨੂੰ ਮਾਨਤਾ ਪ੍ਰਾਪਤ ਹੈ। ਇਸ ਪਛਾਣ ਦਾ ਜਿਹੜਾ ਆਧਾਰ ਹੈ ਉਹ ਨਿਰੋਲ ਜੈਵਿਕ ਹੈ। ਪੰਜਾਬੀ ਦੇ ਵਿੱਚ ਜਿਵੇਂ ਕਿ ਪਹਿਲਾਂ ਕਿਹਾ ਗਿਆ ਕਿ ਜਿਹੜਾ ਔਰਤ ਅਤੇ ਮਰਦ ਨਹੀਂ ਹੈਗਾ ਜੈਵਿਕ ਰੂਪ ਦੇ ਵਿੱਚ ਉਹ ਕਿੰਨਰ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਪਛਾਣ ਦੀ ਜਿਹੜੀ ਚੇਤਨਾ ਹੈ ਉਹ ਜੈਵਿਕਤਾ ਦੇ ਵਿੱਚੋਂ ਹੋ ਕੇ ਮਿਲਦੀ ਹੈ। ਲੇਕਿਨ ਇਸ ਦੇ ਉਲਟ ਸਮਲਿੰਗੀ ਅਤੇ ਦੋ ਲਿੰਗੀ ਜਾਂ ਬਾਕੀ ਕੁਈਰ ਪਛਾਣਾਂ ਦੀ ਹੋਂਦ ਅਤੇ ਪ੍ਰਕਿਰਤੀ ਬਾਰੇ ਲੋਕਮਨ ਦੀ ਚੇਤਨਾ ਦੇ ਹਵਾਲੇ ਪ੍ਰਾਪਤ ਹੋਣ ਦੇ ਬਾਵਜੂਦ ਇਹਨਾਂ ਨੂੰ ਸੁਤੰਤਰ ਅਤੇ ਵੱਖਰੇ ਰੂਪ ਵਿੱਚ ਮਾਨਤਾ ਦੇਣ ਦੇ ਕੋਈ ਪ੍ਰਮਾਣ ਪ੍ਰਾਪਤ ਨਹੀਂ ਹੁੰਦੇ।
ਇਹੀ ਕਾਰਨ ਹੈ ਕਿ ਪੰਜਾਬ ਦੀ ਲੋਕਧਾਰਾ ਵਿੱਚ ਨਰ ਮਾਦਾ ਤੋਂ ਇਲਾਵਾ ਤੀਜੀ ਲਿੰਗਕ ਪਛਾਣ ਭਾਵ ਕਿੰਨਰਾਂ ਦੇ ਵੇਰਵੇ ਤਾਂ ਮਿਲ ਜਾਂਦੇ ਨੇ, ਲੇਕਿਨ ਬਾਕੀ ਕੁਈਰ ਪਛਾਣਾਂ ਦੇ ਵੇਰਵੇ ਬਹੁਤ ਘੱਟ ਮਿਲਦੇ ਨੇ। ਮੇਰੇ ਇਸ ਪੇਪਰ 'ਚ ਸਮੱਗਰੀ ਵੀ ਬਹੁਤ ਥੋੜ੍ਹੀ ਹੈ, ਹਾਲਾਂਕਿ ਮੈਂ ਬਹੁਤ ਸਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਗਿਣਤੀ ਦੇ ਜਿਹੜੇ ਰੈਫਰੈਂਸ ਨੇ ਉਹ ਮਿਲੇ ਨੇ। ਇੰਨਾ ਹੀ ਨਹੀਂ, ਸਗੋਂ ਪੰਜਾਬੀ 'ਚ ਜਿਹੜੇ ਹੈਗੇ ਨੇ ਸਾਨੂੰ ਜਿਹੜੇ ਮੇਲ ਸਮਲਿੰਗੀ ਨੇ ਉਹਨਾਂ ਦੇ ਵੇਰਵੇ ਮਿਲਦੇ ਨੇ। ਔਰਤਾਂ ਦੇ ਵਿੱਚ ਸਮਲੈਂਗਿਕਤਾ ਦੀ ਪ੍ਰਵਿਰਤੀ ਬਾਰੇ ਮੈਨੂੰ ਕੋਈ ਹਵਾਲਾ ਨਹੀਂ ਮਿਲਿਆ। ਮੇਲ ਸਮਲਿੰਗੀਆਂ ਦੇ ਹਵਾਲੇ ਤੇ ਉਹਨਾਂ ਨਾਲ ਜਿਹੜੇ ਜੁੜੇ ਹੋਏ ਸ਼ਬਦਾਵਲੀ ਹੈ ਉਹ ਮੈਨੂੰ ਫਿਰ ਵੀ ਮਿਲ ਜਾਂਦੀ ਹੈ। ਇਹਦੇ ਨਾਲ ਹੀ ਜਿਹੜੀ ਅਸੀਂ ਜੇ ਟੋਟਲ ਦੇਖੀਏ ਪੰਜਾਬੀ ਲੋਕਧਾਰਾ ਦੀ ਇਕੱਤਰਿਤ ਸਮੱਗਰੀ ਨੂੰ, ਤਾਂ ਉਹਦੇ ਵਿੱਚ ਥਰਡ ਜੈਂਡਰ ਤੇ ਬਾਕੀ ਕੁਈਰ ਪਛਾਣਾਂ ਬਾਰੇ ਮਿਲਦੇ ਵੇਰਵੇ ਬਹੁਤ ਘੱਟ ਨੇ, ਨਾ ਮਾਤਰ ਕਹਿ ਸਕਦੇ ਹਾਂ ਅਸੀਂ ਇਹਨਾਂ ਨੂੰ। ਮੈਨੂੰ ਲੱਗਿਆ ਕਿ ਇਹਦੇ ਦੋ ਕਾਰਨ ਹੋ ਸਕਦੇ ਨੇ। ਪਹਿਲਾ ਕਾਰਨ ਹੈ ਕਿ ਜਿਹੜੇ ਇਕੱਤਰਕਰਤਾ ਨੇ ਉਹਨਾਂ ਨੇ ਆਪ ਹੀ ਸਮੱਗਰੀ ਨੂੰ ਸੈਂਸਰ ਕਰਤਾ ਹੋਵੇ, ਤੇ ਇਹਦੇ ਨਾਲ ਦੂਜਾ ਕਾਰਨ ਹੋ ਸਕਦਾ ਹੈ ਕਿ ਇਹ ਕਿਉਂਕਿ ਇਹ ਕਾਮੁਕ ਤਰਜੀਹਾਂ ਟੈਬੂ ਹੋਣ ਕਰਕੇ ਖੁੱਲ੍ਹੀ ਵਿਚਾਰ ਚਰਚਾ ਦਾ ਵਿਸ਼ਾ ਨਾ ਬਣ ਸਕੀਆਂ ਹੋਣ, ਜਿਸ ਕਾਰਨ ਅਜਿਹੀ ਸਮੱਗਰੀ ਸੀਮਤ ਗਿਣਤੀ ਵਿੱਚ ਸੀਮਤ ਲੋਕਾਂ ਤੇ ਦਾਇਰਿਆਂ ਕੋਲ ਹੀ ਹੋਵੇ, ਜਿਸ ਨੂੰ ਅਜੇ ਭਰਪੂਰ ਰੂਪ ਵਿੱਚ ਇਕੱਤਰ ਨਾ ਕੀਤਾ ਜਾ ਸਕਿਆ ਹੋਵੇ। ਉਪਰੋਕਤ ਪ੍ਰਸੰਗ ਵਿੱਚ ਸਪਸ਼ਟ ਹੈ ਕਿ ਥਰਡ ਜੈਂਡਰ ਬਾਰੇ ਪੰਜਾਬ ਦੀ ਲੋਕਧਾਰਾ ਵਿੱਚ ਇਕਸਾਰ, ਇਕਹਿਰੀ ਤੇ ਸਮਭਾਵੀ ਪਹੁੰਚ ਨਹੀਂ ਹੈ, ਸਗੋਂ ਇਸ ਦੇ ਉਲਟ ਆਪਾ ਵਿਰੋਧੀ ਪ੍ਰਕਿਰਤੀ ਵਾਲੀ ਸਮੱਗਰੀ ਵਧੇਰੇ ਮਿਲਦੀ ਹੈ। ਇੱਕ ਹੋਰ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਸਾਨੂੰ ਇਹ ਲੱਗਦਾ ਕਿ ਕਿੰਨਰਾਂ ਪ੍ਰਤੀ ਸ਼ਾਇਦ ਜਿਹੜੇ ਪੰਜਾਬੀ ਲੋਕ ਨੇ ਉਹ ਕਾਫੀ ਸਦਭਾਵੀ ਨੇ ਅਤੇ ਉਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦੇ ਨੇ, ਪਰ ਜਿਹੜਾ ਮੇਰਾ ਅਧਿਐਨ ਹੈ ਉਹਦੇ 'ਚ ਇਹ ਪਤਾ ਲੱਗਦਾ ਕਿ ਇੱਕ ਪਾਸੇ ਜਿੱਥੇ ਉਹਨਾਂ ਨੂੰ ਬਾਬਿਆਂ ਦੇ ਰੂਪ 'ਚ ਸਤਿਕਾਰਿਆ ਜਾਂਦਾ, ਤਾਂ ਦੂਜੇ ਰੂਪ 'ਚ ਉਹਨਾਂ ਲਈ ਹਿਜੜਾ, ਖੁਸਰਾ, ਛੱਕਾ ਜਿਹੜੇ ਸੰਬੋਧਨ ਨੇ ਉਹ ਡੈਰੋਗੇਟਰੀ ਨੇ। ਉਹਨਾਂ ਨਾਲ ਜੁੜੀ ਹੋਈ ਜਿਹੜੀ ਤਿਰਸਕਾਰ ਦੀ ਭਾਵਨਾ ਇਹਨਾਂ ਸ਼ਬਦਾਂ ਦੇ ਵਿੱਚੋਂ ਮਿਲਦੀ ਹੈ। ਇਸ ਤਰ੍ਹਾਂ ਜਿਹੜਾ ਕਿੰਨਰ ਹੈ ਉਹ ਆਪਣੇ ਆਪ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਸਤਿਕਾਰਤ ਨਹੀਂ ਹੈਗਾ, ਉਹ ਸਿਰਫ ਜਿੱਥੇ ਡਰ ਤੇ ਭੈ ਜੁੜ ਕੇ ਆਉਂਦਾ ਉਹਨਾਂ ਹੀ ਮਤਲਬ ਟਰਮਸ ਦੇ ਵਿੱਚ ਸਤਿਕਾਰਤ ਹੈ। ਇੰਨਾ ਹੀ ਨਹੀਂ, ਪੰਜਾਬੀ ਵਿੱਚ ਖੁਸਰੇ ਬੱਧੀ ਪਗੜੀ ਕੀ ਮਰਦ ਸਦਾਏ, ਔਤਰੇ ਖੱਟਣ ਹਿਜੜੇ ਖਾਨ, ਮੈਂ ਕੁਛ ਉਦਾਹਰਨਾਂ ਗੀਤਾਂ ਤੇ ਉਹਨਾਂ 'ਚੋਂ ਦਿੱਤੀਆਂ ਸੀ ਉਹ ਮੈਂ ਛੱਡ ਰਹੀ ਹਾਂ। ਔਤਰੇ ਖੱਟਣ ਹਿਜੜੇ ਖਾਨ, ਹਿਜੜਿਆਂ ਤੋਂ ਪੁੱਤਰ ਭਾਲਣਾ, ਹਿਜੜਾਂ ਦੇ ਘਰ ਲੇਲਾ ਜੰਮਿਆ ਦੇ ਅਜਿਹੇ ਬਹੁਤ ਸਾਰੇ ਅਖਾਣ ਮੁਹਾਵਰੇ ਮਿਲਦੇ ਨੇ ਜਿਨ੍ਹਾਂ ਵਿੱਚ ਕਿੰਨਰਾਂ ਪ੍ਰਤੀ ਤਿਰਸਕਾਰ ਤੇ ਹੇਠੀ ਵਾਲੀ ਭਾਵਨਾ ਦਾ ਪ੍ਰਗਟਾਵਾ ਹੋਇਆ। ਇਹ ਸਾਰੇ ਪ੍ਰਗਟਾਵੇ ਦਰਸਾਉਂਦੇ ਨੇ ਕਿ ਪੰਜਾਬੀ ਲੋਕ ਮਨ ਕਿੰਨਰਾਂ ਦੇ ਮਨੁੱਖੀ ਨਸਲ ਦੇ ਉਤਪਾਦਨ ਵਿੱਚ ਸਹਾਇਕ ਨਾ ਹੋਣ ਕਾਰਨ ਉਹਨਾਂ ਦੀ ਹੋਂਦ ਨੂੰ ਫਾਲਤੂ ਜਾਂ ਬੇਈਮਾਨੇ ਵਜੋਂ ਹੀ ਤਸਲੀਮ ਕਰਦਾ। ਇਹ ਇਕੱਲੇ ਕਿੰਨਰਾਂ ਨਾਲ ਨਹੀਂ ਜੁੜਦਾ, ਬਾਂਝ ਔਰਤ ਨਾਲ ਵੀ ਜਿਹੜਾ ਪੰਜਾਬੀ ਬੰਦੇ ਦਾ ਹੁੰਗਾਰਾ ਹੈ ਪੰਜਾਬੀ ਲੋਕਧਾਰਾ ਦੇ ਵਿੱਚ ਉਹ ਤਕਰੀਬਨ ਇਸੇ ਤਰ੍ਹਾਂ ਹੀ ਜੁੜਦਾ। ਇਸ ਵਿਵਸਥਾ ਵਿੱਚ ਜਿਹੜੇ ਕਿੰਨਰ ਨੇ ਉਹਨਾਂ ਦੀ ਪਰਿਵਾਰ ਤੇ ਸਮਾਜ ਤੋਂ ਬਾਹਰ ਇੱਕ ਵੱਖਰਾ ਸਮਾਜ ਦੀ ਵਿਵਸਥਾ ਮਿਲਦੀ ਹੈ। ਇਸ ਵਿਵਸਥਾ ਵਿੱਚ ਇੱਕ ਪਾਸੇ ਜਿੱਥੇ ਕਿੰਨਰ ਦੀ ਆਪਣੇ ਮਾਂ-ਬਾਪ ਦੀ ਸੰਪત્ਤੀ ਦੇ ਨਾਲ ਨਾਲ ਉਹਨਾਂ ਦੇ ਨਾਮ, ਗੋਤ, ਜਾਤ ਅਤੇ ਧਰਮ ਵਿੱਚੋਂ ਹਿੱਸੇਦਾਰੀ ਖਤਮ ਕੀਤੀ ਜਾਂਦੀ ਹੈ, ਉੱਥੇ ਹੀ ਸਮਾਜਿਕ ਬਣਤਰ ਦੇ ਅੰਦਰ ਬਿਲਕੁਲ ਅਲੱਗ ਕਿਸਮ ਦੀ ਵਿਵਸਥਾ ਕਾਇਮ ਕੀਤੀ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਵਿਵਸਥਾ ਵਿੱਚ ਕਿੰਨਰਾਂ ਦਾ ਆਪਣਾ ਨੇਮ ਵਿਧਾਨ ਹੈ, ਜਿਸ ਉੱਪਰ ਸਮਾਜਿਕ ਵਿਵਸਥਾ ਦਾ ਕੋਈ ਨਿਯੰਤਰਣ ਜਾਂ ਸਿੱਧਾ ਦਖਲ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਇਹ ਵਿਵਸਥਾ ਦਾ ਨਿਰਮਾਣ ਖੁਦ ਕਿੰਨਰਾਂ ਨੇ ਜਿਉਂਦੇ ਰਹਿਣ ਤੇ ਨਿਰਵਾਹ ਕਰਨ ਲਈ ਕੀਤਾ ਹੈ, ਕਿਉਂਕਿ ਇਸ ਵਿਵਸਥਾ ਅੰਦਰ ਕਿੰਨਰ ਸਮੁਦਾਇ ਵਜੋਂ ਵਿਚਰਦੇ ਨੇ ਤੇ ਇਸ ਵਿੱਚ ਸ਼ਾਮਲ ਕਿੰਨਰ ਆਪਣੇ ਸਾਥੀ ਕਿੰਨਰਾਂ ਪ੍ਰਤੀ ਦੁੱਖ, ਸੁੱਖ, ਬਿਮਾਰੀ ਅਤੇ ਵਿਸ਼ੇਸ਼ ਕਰਕੇ ਬੁਢਾਪੇ ਦੌਰਾਨ ਜੀਵਨ ਨਿਰਵਾਹ ਲਈ ਪੂਰਨ ਤੌਰ 'ਤੇ ਜ਼ਿੰਮੇਵਾਰ ਹੁੰਦੇ ਨੇ। ਹੁਣ ਇੱਥੇ ਮੈਂ ਇਹਦੇ ਬਾਰੇ ਕੋਈ ਮਤਲਬ ਕਲੀਅਰ ਕੱਟ ਸਟੇਟਮੈਂਟ ਨਹੀਂ ਦੇ ਸਕਦੀ ਕਿ ਇਹ ਜਿਹੜੀ ਪੰਜਾਬੀ ਸਮਾਜ ਦੇ ਵਿੱਚ ਉਹਨਾਂ ਦੇ ਵੱਖਰੇ ਸਮਾਜ ਦੀ ਵਿਵਸਥਾ ਹੈ, ਇਹ ਸਮਾਜਿਕ ਵਿਵਸਥਾਵਾਂ 'ਚੋਂ ਇੱਕ ਨਿਕਲੀ ਹੋਈ ਵਿਵਸਥਾ ਹੈ ਜਾਂ ਇਹ ਕਿੰਨਰਾਂ ਨੇ ਆਪ ਹੈ ਜਿਹੜੀ ਉਹ ਬਣਾਈ ਹੈ, ਜਾਂ ਫਿਰ ਇਹਦੇ 'ਚ ਦੋਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਕਾਰਗਰ ਹੁੰਦੀਆਂ ਨੇ। ਮਤਲਬ ਇੱਕ ਵਾਰੀ ਕਿੰਨਰ ਇਕੱਠੇ ਹੋ ਗਏ ਹੋਣ ਫੋਰ ਐਗਜ਼ਾਮਪਲ ਅਤੇ ਉਹਨਾਂ ਨੇ ਇਕੱਠੇ ਵਿਚਰਨਾ ਸ਼ੁਰੂ ਕਰਤਾ ਹੋਵੇ ਅਤੇ ਸਮਾਜ ਨੇ ਉਸ ਚੀਜ਼ ਨੂੰ ਮਾਨਤਾ ਦੇਤੀ ਹੋਵੇ, ਜਾਂ ਇਸ ਬਾਰੇ ਮੈਂ ਕਲੀਅਰ ਕੱਟ ਮੇਰੇ ਕੋਲ ਕੁਛ ਨਹੀਂ, ਪਰ ਇਹ ਵੀ ਦੇਖਣ ਦੀ ਲੋੜ ਹੈ ਕਿ ਪੰਜਾਬੀ ਜਾਂ ਭਾਰਤੀ ਸਮਾਜ ਵਿੱਚ ਕਿੰਨਰ ਸਮੁਦਾਇ ਦੇ ਬਣਨ ਦੇ ਮਤਲਬ ਕੀ ਆਸਪੈਕਟ ਨੇ ਜਿਹੜੇ ਉਹ ਹੋ ਸਕਦੇ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਲੋਕਧਾਰਾ ਵਿੱਚ ਜੀਵਨ ਦੇ ਹਰ ਪੱਖ ਤੋਂ ਕੇਵਲ ਇੱਕੋ ਜੈਂਡਰ ਮਤਲਬ ਮਰਦ ਜਾਂ ਨਰ ਨੂੰ ਪ੍ਰਮੁੱਖਤਾ ਪ੍ਰਦਾਨ ਹੈ, ਜਿਸ ਦੇ ਨਤੀਜੇ ਵਜੋਂ ਔਰਤ ਸਮੇਤ ਬਾਕੀ ਸਾਰੀਆਂ ਲਿੰਗਕ ਪਛਾਣਾਂ ਦੀ ਹਾਸ਼ੀਅਗਤ ਸਥਿਤੀ ਵਿੱਚ ਚਲੇ ਜਾਣਾ ਸੁਭਾਵਿਕ ਪ੍ਰਕਿਰਿਆ ਹੈ। ਲੇਕਿਨ ਇਸ ਦੇ ਨਾਲ ਹੀ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇੱਥੇ ਮਰਦ ਨੂੰ ਜੈਵਿਕ ਲੈਂਗਿਕਤਾ ਕਾਰਨ ਨਹੀਂ, ਸਗੋਂ ਸੱਤਾ ਉੱਤੇ ਨਿਯੰਤਰਣ ਭਾਵ ਮਰਦਾਨਗੀ ਦੇ ਕਾਰਨ ਮਰਦ ਦਾ ਰੁਤਬਾ ਮਿਲਦਾ ਹੈ। ਇਹਦਾ ਅਰਥ ਹੈ ਕਿ
ਅਸੀਂ ਮਰਦ ਪੰਜਾਬੀ ਸੁਸਾਇਟੀ ਦੇ ਵਿੱਚ ਜਾਂ ਪੰਜਾਬੀ ਲੋਕਧਾਰਾ ਦੇ ਵਿੱਚ ਮਰਦ ਹੋਣਾ ਹੀ ਮਰਦ ਹੋਣ ਦੀ ਨਿਸ਼ਾਨੀ ਨਹੀਂ ਹੈਗੀ ਜੈਵਿਕ ਤੌਰ 'ਤੇ, ਸਗੋਂ ਮਰਦਾਨਗੀ ਮਰਦ ਨੂੰ ਸਾਬਤ ਕਰਨਾ ਪੈਂਦਾ ਕਿ ਉਹ ਮਰਦ ਹੈ। ਜਿਹੜੇ ਇਸ ਲਈ ਸੱਤਾ ਤੇ ਨਿਯੰਤਰਣ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜਿਹੜਾ ਮਰਦ ਇਹ ਨਹੀਂ ਕਰ ਸਕਦਾ ਉਹਦੇ ਲਈ ਸਾਰੇ ਹੀ ਜਿਹੜੇ ਥਰਡ ਜੈਂਡਰ ਅਤੇ ਜਿਹੜੇ ਟਰਾਂਸਜੈਂਡਰ ਨਾਲ ਜੁੜੀ ਹੋਈ ਸ਼ਬਦਾਵਲੀ ਹੈ ਉਹ ਵਰਤੀ ਜਾਂਦੀ ਹੈ। ਉਹਨਾਂ ਨੂੰ ਜਨਾਨੜਾ, ਖੱਸੀ, ਖੁਸਰਾ, ਹਿਜੜਾ ਸ਼ਬਦ ਨੇ ਜਿਹੜੇ ਉਹ ਉਹਨਾਂ ਲਈ ਵਰਤੇ ਜਾਂਦੇ ਨੇ। ਇਸ ਤਰ੍ਹਾਂ ਪੰਜਾਬੀ ਲੋਕਧਾਰਾ ਜੈਂਡਰ ਦੀ ਪਛਾਣ ਜਾਂ ਅਨੁਭੂਤੀ ਦੀ ਨਿਰਮਾਣਕਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪੰਜਾਬੀ ਲੋਕਧਾਰਾ ਅੰਦਰ ਅਜਿਹੇ ਬਹੁਤ ਸਾਰੇ ਹਵਾਲੇ ਮਿਲਦੇ ਨੇ ਜਿਨ੍ਹਾਂ ਰਾਹੀਂ ਪੰਜਾਬੀ ਲੋਕਧਾਰਾ ਕੇਵਲ ਜੋੜੇਦਾਰ ਲਿੰਗਕ ਪਛਾਣਾ, ਮਤਲਬ ਮਰਦ ਅਤੇ ਫੀਮੇਲ ਦੀ ਜਿਹੜੀ ਜੋੜੀ ਹੈ ਇਸ ਲਿੰਗਕ ਪਛਾਣ ਨੂੰ ਜਾਇਜ਼ ਠਹਿਰਾਉਂਦੀ ਹੈ। ਬਾਕੀ ਤਮਾਮ ਕਿਸਮ ਦੀਆਂ ਜਿਹੜੀਆਂ ਕਾਮੁਕ ਤਰਜੀਹਾਂ ਨੇ ਉਹਨਾਂ ਨੂੰ ਹਾਸ਼ੀਆਗਤ ਕਰਨ ਦਾ ਕੰਮ ਕਰਦੀ ਹੈ। ਅਜਿਹਾ ਕਰਦੇ ਹੋਏ ਪੰਜਾਬੀ ਲੋਕਧਾਰਾ ਅੰਦਰ ਨਰ ਅਤੇ ਮਾਦਾ ਦੀ ਪ੍ਰਵਾਨਿਤ ਆਦਰਸ਼ਿਕ ਭੂਮਿਕਾ ਤੋਂ ਬਿਨਾਂ ਜਾਂ ਉਸ ਤੋਂ ਪਾਰ ਜਾਣ ਵਾਲੇ ਵਿਅਕਤੀਆਂ ਨੂੰ ਛੁਟਿਆਉਣ ਲਈ ਪੂਰੀ ਤਰ੍ਹਾਂ ਵਿਵਸਥਿਤ ਪ੍ਰਵਚਨ ਪ੍ਰਾਪਤ ਹੁੰਦਾ ਹੈ। ਇਹ ਪ੍ਰਵਚਨ ਨਰ ਅਤੇ ਮਾਦਾ ਦੋਵਾਂ ਲਈ ਪ੍ਰਾਪਤ ਹੈ। ਇਹ ਪ੍ਰਵਚਨ ਸਮਾਜਿਕ ਸੱਭਿਆਚਾਰਕ ਦਬਾਅ ਅਧੀਨ ਔਰਤ ਮਰਦ ਨੂੰ ਪੰਜਾਬੀ ਸਮਾਜ ਵਿੱਚ ਤੈਅਸ਼ੁਦਾ ਭੂਮਿਕਾ, ਆਚਰਣ ਅਤੇ ਵਿਹਾਰ ਲਈ ਤਿਆਰ ਕਰਦਾ ਹੈ। ਇਸ ਪ੍ਰਵਚਨ ਵਿੱਚ ਜੈਵਿਕ ਵਿਭਿੰਨਤਾਵਾਂ ਦੇ ਨਾਲ ਨਾਲ ਵਿਹਾਰਕ ਵਿਭਿੰਨਤਾਵਾਂ ਨੂੰ ਦੋਸ਼ ਵਜੋਂ ਦੇਖਿਆ, ਪ੍ਰਚਾਰਿਆ ਅਤੇ ਪ੍ਰਸਾਰਿਆ ਜਾਂਦਾ ਹੈ। ਅਜਿਹਾ ਕਰਨ ਲਈ ਜੈਵਿਕ ਵਿਭਿੰਨਤਾ ਵਿੱਚ ਕਿੰਨਰਾਂ ਦਾ ਹਵਾਲਾ ਸਭ ਤੋਂ ਵਧੇਰੇ ਰੜਕਾਊ ਢੰਗ ਨਾਲ ਦਿੱਤਾ ਜਾਂਦਾ ਹੈ। ਇਹਨਾਂ ਹਵਾਲਿਆਂ ਵਿੱਚ ਕਿੰਨਰ ਨੂੰ ਸਭ ਤੋਂ ਘਟੀਆ ਮਨੁੱਖੀ ਹੋਂਦ ਵਜੋਂ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਸਮਾਜ ਸੱਭਿਆਚਾਰ ਵਿੱਚ ਮਰਦਾਂ ਲਈ ਖੁਸਰਾ ਜਿਹੜਾ ਉਹ ਉਦਾਹਰਨ ਲਈ ਸਭ ਤੋਂ ਵੱਡਾ ਮਿਹਣਾ ਅਤੇ ਗਾਲ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਲੋਕਧਾਰਾ ਹੈ ਜਿਹੜੀ ਉਹਦੇ 'ਚ ਜੈਂਡਰ ਦੀਆਂ ਪ੍ਰਵਾਨਿਤ ਭੂਮਿਕਾਵਾਂ ਅਤੇ ਦਿੱਖ ਦੇ ਪ੍ਰਸੰਗ ਵਿੱਚ ਜੈਂਡਰ ਦੀ ਜਿਹੜੀ ਘਾੜਤ ਹੈ ਅਤੇ ਜਿਹੜੀ ਉਹਦੀ ਨਿਰਮਾਣਕਾਰੀ ਹੈ ਉਹ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਇਸ ਸੰਦਰਭ 'ਚ ਕਿਹਾ ਜਾ ਸਕਦਾ ਹੈ ਕਿ ਦੋ ਮੁੱਖ ਲੈਂਗਿਕ ਪਛਾਣਾਂ ਤੋਂ ਬਿਨਾਂ ਬਾਕੀ ਤਮਾਮ ਲੈਂਗਿਕ ਪਛਾਣਾਂ ਪ੍ਰਤੀ ਪੰਜਾਬੀ ਲੋਕਧਾਰਾ ਵਿੱਚ ਮਿਲਦੇ ਹਵਾਲੇ ਬਹੁਤ ਹੀ ਅਪਮਾਨਹੀਨਤਾ, ਹੇਠੀ ਅਤੇ ਨਕਾਰ ਦੇ ਪ੍ਰਭਾਵਾਂ ਨੂੰ ਵਿਅਕਤ ਕਰਨ ਵਾਲੇ ਨੇ। ਅਜਿਹਾ ਕਰਦੇ ਹੋਏ ਭਾਸ਼ਾ ਸਭ ਤੋਂ ਸਮਰੱਥ ਹਥਿਆਰ ਵਜੋਂ ਪੇਸ਼ ਹੁੰਦੀ ਹੈ। ਇੱਥੇ ਪੰਜਾਬੀ ਲੋਕਧਾਰਾ ਦੀ ਇੱਕ ਵੰਨਗੀ ਗਾਲਾਂ ਨੂੰ ਉਦਾਹਰਨ ਵਜੋਂ ਦਿੱਤਾ ਜਾ ਸਕਦਾ ਹੈ। ਪੰਜਾਬੀ ਵਿੱਚ ਮਿਲਦੀਆਂ ਤਮਾਮ ਕਿਸਮ ਦੀਆਂ ਗਾਲਾਂ ਵਿੱਚੋਂ ਇੱਕ ਵਿਸ਼ੇਸ਼ ਕਿਸਮ ਤੀਜੇ ਲਿੰਗ ਦੇ ਸੰਬੋਧਨ ਨਾਲ ਜੁੜੀਆਂ ਗਾਲਾਂ ਦੀ ਹੈ। ਇਸ ਕਿਸਮ ਵਿੱਚ ਮਰਦ ਦੇ ਪ੍ਰਵਾਨਿਤ ਸੱਭਿਆਚਾਰਕ ਅਤੇ ਸਮਾਜਿਕ ਪੈਮਾਨਿਆਂ ਤੋਂ ਬਾਹਰ ਜਾ ਕੇ ਕੰਮ ਕਰਨ ਵਾਲੇ, ਮਤਲਬ ਬਾਹਰ ਕਾਮੁਕ ਤਰਜੀਹਾਂ ਰੱਖਣ ਵਾਲੇ ਹਰ ਮੇਲ ਨੂੰ ਘ੍ਰਿਣਾ ਅਤੇ ਹੀਨਤਾ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਇਹਦਾ ਭਾਵ ਹੈ ਕਿ ਮਰਦ ਦੇ ਸਰੀਰ ਵਿੱਚ ਪੈਦਾ ਹੋਣ ਵਾਲੇ ਪਰ ਵੱਖਰੀਆਂ ਕਾਮੁਕ ਇੱਛਾਵਾਂ ਰੱਖਣ ਵਾਲੇ ਵਿਅਕਤੀ ਪੰਜਾਬ ਦੀ ਲੋਕਧਾਰਾ ਵਿੱਚ ਸਭ ਤੋਂ ਵੱਧ ਹਕਾਰਤ ਨਾਲ ਦੇਖੇ ਜਾਂਦੇ ਨੇ। ਅਜਿਹੀਆਂ ਗਾਲਾਂ ਨੂੰ ਜੇਕਰ ਜੈਂਡਰ ਅਧਿਐਨ ਦੇ ਵਿਸ਼ੇਸ਼ ਪ੍ਰਸੰਗ ਵਿੱਚ ਦੇਖਣਾ ਹੋਵੇ ਤਾਂ ਇਹ ਤੱਥ ਅਹਿਮ ਬਣਦਾ ਹੈ ਕਿ ਪੰਜਾਬ ਵਿੱਚ ਤਕਰੀਬਨ ਹਰ ਪ੍ਰਕਾਰ ਦੀਆਂ ਗਾਲਾਂ ਘਰ ਦੇ ਅੰਦਰ ਅਤੇ ਬੱਚਿਆਂ ਦੇ ਸਾਹਮਣੇ ਕੱਢੀਆਂ ਜਾ ਸਕਦੀਆਂ ਨੇ, ਲੇਕਿਨ ਇਹ ਵਿਸ਼ੇਸ਼ ਕਿਸਮ ਦੀਆਂ ਗਾਲਾਂ ਕੇਵਲ ਮਰਦਾਂ ਦੇ ਦਾਇਰੇ 'ਚ ਕੱਢੀਆਂ ਜਾਂਦੀਆਂ ਨੇ। ਇਹ ਗਾਲਾਂ ਅਕਸਰ ਇੱਕ ਮਰਦ ਵੱਲੋਂ ਦੂਜੇ ਮਰਦ ਦੀ ਮਰਦਾਨਗੀ ਨੂੰ ਵੰਗਾਰਨ ਜਾਂ ਅਪਮਾਨਿਤ ਕਰਨ ਲਈ ਮਿਹਣੇ ਦੇ ਰੂਪ ਵਿੱਚ ਹੀ ਵਰਤੀਆਂ ਜਾਂਦੀਆਂ ਨੇ। ਮੈਂ ਇਹ ਗਾਲਾਂ ਇੱਥੇ ਬੋਲੂੰਗੀ, ਇਹਦਾ ਕਾਰਨ ਹੈ ਕਿ ਜੇ ਅਸੀਂ ਇਹਨਾਂ ਗਾਲਾਂ 'ਤੇ ਹੀ ਬੋਲਣ 'ਚ ਅਸੀਂ ਮਤਲਬ ਕੰਫਰਟੇਬਲ ਨਹੀਂ ਹੈਗੇ ਤਾਂ ਫਿਰ ਇਸ ਅਧਿਐਨ ਨਾਲ ਅਤੇ ਉਹਨਾਂ ਲੋਕਾਂ ਦੀ ਆਇਡੈਂਟੀਟੀ ਨਾਲ ਤਾਂ ਕੀ ਕੰਫਰਟੇਬਲ ਹੋਵਾਂਗੇ। ਇਹਨਾਂ ਗਾਲਾਂ ਦੇ ਵਿੱਚ ਗਾਂਡੂ, ਲੌਂਡਾ, ਛੱਕਾ, ਜਨਾਨੜਾ, ਖੱਸੀ, ਖੁਸਰਾ, ਹਿਜੜਾ, ਘੋੜਾ, ਟੈਂਪੂ ਇਸ ਤਰ੍ਹਾਂ ਦੀ ਸ਼ਬਦਾਵਲੀ ਹੈ ਜਿਹੜੀ ਉਹ ਰੱਖਿਆ ਜਾ ਸਕਦਾ। ਇਹਨਾਂ ਗਾਲਾਂ ਦੇ ਸ਼ਬਦੀ ਅਰਥ ਅਤੇ ਵਰਤੋਂ ਪ੍ਰਸੰਗ ਸਪਸ਼ਟ ਰੂਪ ਵਿੱਚ ਕਿੰਨਰ ਅਤੇ ਬਾਕੀ ਕੁਈਰ ਪਛਾਣਾਂ ਬਾਰੇ ਪੰਜਾਬੀ ਲੋਕ ਮਨ ਦੇ ਹੁੰਗਾਰੇ ਵਿਚਲੀ ਵਿਰੋਧੀ ਭਾਵਨਾ ਦੀ ਪੇਸ਼ਕਾਰੀ ਕਰਦੇ ਨੇ। ਇਹ ਸਾਰੇ ਸ਼ਬਦ ਵੱਖਰੀਆਂ ਜਾਂ ਜਿਹੜੀਆਂ ਵੰਨ ਸੁਵੰਨ ਲੈਂਗਿਕ ਅਤੇ ਕਾਮੁਕ ਤਰਜੀਹਾਂ ਨੇ ਉਹਨਾਂ ਨੂੰ ਘਟੀਆ ਅਤੇ ਨੀਵਾਂ ਦਰਸਾਉਂਦੇ ਨੇ। ਸਪਸ਼ਟ ਹੈ ਕਿ ਇਹਨਾਂ ਪਛਾਣਾਂ ਨੂੰ ਹਾਸ਼ੀਆਗਤ ਕਰਨ ਦੀ ਪ੍ਰਕਿਰਿਆ ਲੋਕਧਾਰਾ ਰਾਹੀਂ ਮੁਕੰਮਲ ਹੁੰਦੀ ਹੈ। ਲੋਕਧਾਰਾ ਸੱਭਿਆਚਾਰਕ ਸੋਚਣੀ ਦਾ ਵਾਹਕ ਹੈ, ਪਰ ਇਹਦੇ ਨਾਲ ਹੀ ਲੋਕ ਮਾਨਸਿਕਤਾ ਨੂੰ ਨਿਯੰਤਰਣ ਕਰਨ ਦਾ ਵੀ ਸਾਧਨ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਲੋਕਧਾਰਾ ਵਿੱਚ ਮਿਲਦੇ ਹਵਾਲੇ ਚਾਹੇ ਮਜ਼ਾਕ, ਗੁੱਸੇ ਅਤੇ ਤੰਜ ਤਿੰਨੇ ਪ੍ਰਗਟਾਵਿਆਂ ਵਿੱਚ ਮਿਲਦੇ ਨੇ, ਲੇਕਿਨ ਇਹਨਾਂ ਵਿਚਲੀ ਮਹੱਤਵਪੂਰਨ ਸਾਂਝ ਇਹਨਾਂ ਦਾ ਤੀਜੇ ਲਿੰਗ ਅਤੇ ਵੰਨ ਸੁਵੰਨੀਆਂ ਲਿੰਗਕ ਪਛਾਣਾਂ ਪ੍ਰਤੀ ਅਪਮਾਨਯੋਗ ਰਵੱਈਆ ਹੀ ਹੈ। ਇੰਨਾ ਹੀ ਨਹੀਂ, ਪੰਜਾਬ ਦੀ ਲੋਕਧਾਰਾ ਵਿੱਚ ਤੀਜੇ ਲਿੰਗ ਅਤੇ ਵੰਨ ਸੁਵੰਨੀਆਂ ਲਿੰਗਕ ਪਛਾਣਾਂ ਦਾ ਵੇਰਵਾ ਹਮੇਸ਼ਾ ਮਰਦ ਅਤੇ ਔਰਤ ਦੀ ਤੁਲਨਾ ਵਿੱਚ ਆਇਆ ਅਤੇ ਇਸ ਤੁਲਨਾ ਵਿੱਚ ਵੀ ਇਹਨਾਂ ਨੂੰ ਘਟੀਆ ਸਾਬਤ ਕੀਤਾ ਗਿਆ। ਥੈਂਕ ਯੂ।